ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਯਾ ਗੁਰ ਦੇਖਾ ਸਾਹਮਣੇ। ਦਰਸ਼ਨ ਬਿਆਸੀ ਦਿਨ ਸਰਾਤ, ਚਿਤ ਬਾਵਨ ਦਿਨ ਨੀਤਾ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗਾ ਮੀਤਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿੰਬਾਜੀ, ਗੁਰੂ ਪਿਆਰੀ ਗੁਰੂ ਸਵਾਰੀ, ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਜੀਆਂ ਨੂੰ ਆਖਿਆ ਜਾਂਦਾ ਹੈ। ਸੋ ਆਓ ਗੁਰਮੁਖ ਪਿਆਰਿਓ, ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਰਲ ਮਿਲ ਕੇ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰੀਏ। ਕੱਲ੍ਹ ਆਪਾਂ ਸਤਿਗੁਰਾਂ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਸਮਾਪਤੀ ਕੀਤੀ ਹੈ। ਅੱਜ ਉਸ ਤੋਂ ਅੱਗੇ ਥਿੱਤੀ ਗੌੜੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਥਿੱਤੀ ਗੌੜੀ ਮਹੱਲਾ ਪੰਜਵਾ, ਸ਼ਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਇਸ ਸ਼ਲੋਕ ਦੀ ਦੁਆਰਾ ਥਿੱਤੀ ਗੌੜੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ। ਥਿੱਤੀ ਦਾ ਕੀ ਭਾਵ ਹੈ? ਥਿੱਤੀ ਦਾ ਭਾਵ ਹੁੰਦਾ ਹੈ ਜਿਵੇਂ ਰਾਤ ਤੋਂ ਰਾਤੀ, ਰੁੱਤ ਤੋਂ ਰੁੱਤੀ। ਭਾਵ ਮੱਸਿਆ ਦੇ ਪਿੱਛੋਂ ਚੰਦਰਮਾ ਸਹਿਜੇ ਸਹਿਜੇ ਇੱਕ ਕਲਾ ਕਰਕੇ ਵਧਣਾ ਸ਼ੁਰੂ ਹੁੰਦਾ ਹੈ। ਮੱਸਿਆ ਦੇ ਕਰਕੇ ਮੱਸਿਆ ਦੇ ਪਿੱਛੋਂ ਚੰਦਰਮਾ ਸਹਿਜੇ ਸਹਿਜੇ ਇੱਕ ਕਲਾ ਕਰਕੇ ਵਧਣਾ ਸ਼ੁਰੂ ਹੁੰਦਾ ਹੈ ਤੇ 14 ਦਿਨਾਂ ਦੇ ਵਿੱਚ ਇਹ ਮੁਕੰਮਲ ਹੁੰਦਾ ਹੈ, ਜਿਸ ਨੂੰ ਸਾਧ ਸੰਗਤ ਜੀ ਪੂਰਨਮਾਸੀ ਆਖਦੇ ਨੇ। ਪੂਰਨਮਾਸੀ ਦੇ ਪਿੱਛੋਂ ਇੱਕ ਇੱਕ ਕਲਾ ਕਰਕੇ ਇਹ ਚੰਦਰਮਾ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਆਖਰ ਮੱਸਿਆ ਦੀ ਰਾਤ ਨੂੰ ਉੱਕਾ ਹੀ ਅਲੋਪ ਹੋ ਜਾਂਦਾ ਹੈ। ਜੋ ਥਿਤ ਸ਼ਬਦ ਹੈ, ਥਿਤ ਸ਼ਬਦ ਸੰਸਕ੍ਰਿਤ ਦੇ ਵਿੱਚ ਤਿਥ ਹੈ। ਤਿਥ ਦਾ ਭਾਵ ਹੁੰਦਾ ਹੈ
ਚੰਦਰਮਾ ਦੇ ਵਧਣ ਘਟਣ ਦਾ ਹਿਸਾਬ ਦਿਹਾੜਾ। ਤਿਥ ਦਾ ਭਾਵ ਹੁੰਦਾ ਹੈ ਚੰਦਰਮਾ ਦੇ ਵਧਣ ਘਟਣ ਦਾ ਹਿਸਾਬ ਦਿਹਾੜਾ। ਤੇ ਜਿਹੜੀਆਂ ਤਿਥਾਂ ਨੇ ਏਕਮ, ਦੂਜ, ਤੀਜ, ਚੌਥ, ਪੰਚਮੀ, ਛਠ, ਸੱਤਵੀਂ, ਅਸ਼ਟਮੀ, ਨੌਵੀਂ, ਦਸਵੀਂ, 11 ਬਾਰਸ, 13 14 ਪੂਰਨਮਾਸੀ। ਤੇ ਪੂਰਨਮਾਸੀ ਦੇ ਪਿੱਛੋਂ ਫਿਰ ਉਸੇ ਤਰ੍ਹਾਂ ਏਕਮ, ਦੂਜ, ਤੀਜ ਤੋਂ ਚੱਲ ਕੇ ਅਖੀਰ ਉੱਤੇ ਮੱਸਿਆ ਆਉਂਦੀ ਹੈ। ਤੇ ਆਪਾਂ ਇਸ ਥਿੱਤੀ ਗੌੜੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਾਨੂੰ ਕੀ ਬਖਸ਼ਿਸ਼ ਕਰਦੇ ਨੇ, ਜਿਹੜੀ ਬਾਣੀ ਵਿਚਾਰੀਏ ਉਹਦੇ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ ਹੈ। ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਥਿੱਤੀ ਗੌੜੀ ਬਾਣੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ, ਇਹਦਾ ਭਾਵ ਕੀ ਹੈ। ਹੁਣ ਸ਼ਲੋਕ ਸ਼ੁਰੂ ਕਰਦੇ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਿ ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨਹਾਰ, ਅਨਕ ਭਾਤ ਹੋਏ ਪਸਰਿਆ, ਨਾਨਕ ਏਕੰਕਾਰ। ਜਲ ਦਾ ਭਾਵ ਹੁੰਦਾ ਹੈ ਪਾਣੀ ਦੇ ਵਿੱਚ, ਜਲ ਥਲ, ਥਲ ਦਾ ਭਾਵ ਹੁੰਦਾ ਹੈ ਧਰਤੀ ਦੇ ਵਿੱਚ। ਜਲ ਥਲ ਮਹੀਲ, ਮਹੀਲ ਦਾ ਭਾਵ ਹੁੰਦਾ ਹੈ ਮਹੀ ਤਲ, ਧਰਤੀ ਦੇ ਤਲ ਉੱਤੇ, ਪੁਲਾੜ ਦੇ ਵਿੱਚ, ਆਕਾਸ਼ ਦੇ ਵਿੱਚ। ਅਨਕ ਭਾਤ ਹੋਈ ਪਸਰਿਆ, ਭਾਤ ਦਾ ਭਾਵ ਹੁੰਦਾ ਤਰੀਕੇ, ਪਸਰੇ ਦਾ ਭਾਵ ਹੁੰਦਾ ਖਿਲਰਿਆ ਹੋਇਆ, ਏਕੰਕਾਰ ਦਾ ਭਾਵ ਹੁੰਦਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਸੁਣਿਓ ਧਿਆਨ ਦੇ ਨਾਲ। ਸਤਿਗੁਰੂ ਕਹਿੰਦੇ ਹੀ ਨਾਨਕਾ, ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਮਾਲਕ ਪਰਮੇਸ਼ਰ ਪਾਣੀ ਦੇ ਵਿੱਚ, ਧਰਤੀ ਦੇ ਵਿੱਚ, ਆਕਾਸ਼ ਦੇ ਵਿੱਚ ਵਿਆਪਕ ਹੈ, ਭਰਪੂਰ ਹੈ। ਬਚਨ ਰਿਪੀਟ ਕਰ ਦਈਏ, ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨ ਹਾਰ। ਹੇ ਨਾਨਕ, ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹ ਧਰਤੀ ਦੇ ਵਿੱਚ ਵੀ ਹੈ, ਉਹ ਪਾਣੀ ਦੇ ਵਿੱਚ ਵੀ ਹੈ, ਉਹ ਧਰਤੀ ਦੇ ਉੱਪਰ ਆਕਾਸ਼ ਦੇ ਵਿੱਚ ਵੀ ਹੈ, ਭਰਪੂਰ ਹੈ ਸਭ ਥਾਈਂ ਉਹ ਮਾਲਕ ਪਰਮੇਸ਼ਰ। ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਨੇਕਾਂ ਹੀ ਤਰੀਕਿਆਂ ਦੇ ਨਾਲ ਜਗਤ ਦੇ ਵਿੱਚ ਹਰ ਥਾਂ ਖਿਲਰਿਆ ਹੋਇਆ, ਭਾਵ ਸਾਰਿਆਂ ਥਾਵਾਂ ਤੇ ਉਹ ਪਰਮੇਸ਼ਰ ਵਿਆਪਕ ਹੈ। ਸ਼ਲੋਕ ਦਾ ਭਾਵ ਹੈ। ਹੁਣ ਪੌੜੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਪੌੜੀ, ਏਕਮ ਏਕੰਕਾਰ ਪ੍ਰਭ ਕਰੋ ਬੰਧਨਾ ਧਿਆਈ, ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰ ਰਾਏ, ਤਾਂ ਕੀ ਆਸ ਕਲਿਆਣ ਸੁਖ ਜਾਤੇ ਸਭ ਕਿਸ ਹੋਏ, ਚਾਰ ਕੁੰਟ ਦਾ ਦਿਸ ਭ੍ਰਮਿਓ ਤਿਸ ਬਿਨ ਅਵਰ ਨ ਕੋਈ, ਵੇਦ ਪੁਰਾਨ ਸਿਮਰਤ ਸੁਨੇ ਬਹੁ ਕਰੋ ਵਿਚਾਰ, ਪਤਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ, ਦਾਤਾ ਭੁਗਤਾ ਦੇਨਹਾਰ ਤਿਸ ਬਿਨ ਅਵਰ ਨ ਜਾਏ, ਜੋ ਚਾਹੈ ਸੋਈ ਮਿਲੈ ਨਾਨਕ ਹਰ ਗੁਣ ਗਾਏ, ਗੋਬਿੰਦ ਜਸ ਗਾਈਐ ਹਰ ਨੀਤ, ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ। ਇਸ ਪੌੜੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਏਕਮ ਏਕੰਕਾਰ ਪ੍ਰਭ ਕਰੋ ਬੰਧਨਾ ਧਿਆਏ। ਏਕਮ ਦਾ ਭਾਵ ਹੁੰਦਾ ਹੈ ਪੂਰਨਮਾਸੀ ਤੋਂ ਅਗਲੀ ਥਿੱਤ, ਜਦੋਂ ਚੰਦਰਮਾ ਦੀ ਏਕਾ ਕਲਾ ਘਟ ਜਾਂਦੀ ਹੈ
ਜਦੋਂ ਚੰਦਰਮਾ ਦਾ ਆਕਾਰ ਪੂਰੇ ਆਕਾਰ ਦੇ ਨਾਲੋਂ 14ਵਾਂ ਹਿੱਸਾ ਰੋਸ਼ਨ ਨਹੀਂ ਰਹਿੰਦਾ, ਉਹਨੂੰ ਕਹਿੰਦੇ ਨੇ ਏਕਮ। ਕਰੋ ਦਾ ਭਾਵ ਹੁੰਦਾ ਮੈਂ ਕਰਦਾ ਹਾਂ, ਬੰਦਨਾ ਦਾ ਭਾਵ ਹੁੰਦਾ ਨਮਸਕਾਰ। ਸਤਿਗੁਰੂ ਕਹਿੰਦੇ ਹੇ ਭਾਈ, ਮੈਂ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਸਿਮਰ ਕੇ ਉਸ ਦੇ ਅੱਗੇ ਨਮਸਕਾਰ ਕਰਦਾ ਹਾਂ। ਮੈਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ ਕੇ ਉਸ ਦੇ ਅੱਗੇ ਨਮਸਕਾਰ ਕਰਦਾ ਹਾਂ। ਮੈਂ ਗੋਬਿੰਦ ਗੋਪਾਲ ਪਰਮੇਸ਼ਰ ਦੇ ਗੁਣ ਗਾਉਂਦਾ ਤੇ ਉਸ ਪਰਮੇਸ਼ਰ ਪਾਤਸ਼ਾਹ ਜੀ ਦੀ ਸ਼ਰਨ ਪੈਂਦਾ ਹਾਂ। ਸਤਿਗੁਰੂ ਕਹਿੰਦੇ ਹੇ ਭਾਈ, ਜਿਸ ਮਾਲਕ ਪਰਮੇਸ਼ਰ ਦੇ ਹੁਕਮ ਤੇ ਜਗਤ ਦੇ ਵਿੱਚ ਸਭ ਕੁਝ ਹੋ ਰਿਹਾ ਹੈ, ਜੋ ਵੀ ਖੇਡ ਚੱਲ ਰਹੀ ਹੈ ਜਗਤ ਦੀ, ਇਹ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਤੇ ਉਸ ਦੀ ਆਸ ਰੱਖਿਆਂ ਸਾਰੇ ਸੁੱਖ ਆਨੰਦ ਮਿਲਦੇ ਨੇ। ਜਿਹੜਾ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਆਸਰਾ ਰੱਖਦਾ ਹੈ, ਆਸ ਰੱਖਦਾ ਹੈ, ਭਰੋਸਾ ਰੱਖਦਾ ਹੈ, ਉਹਨੂੰ ਸਾਰੇ ਸੁੱਖ ਆਨੰਦ ਉਸ ਮਨੁੱਖ ਨੂੰ ਮਿਲਦੇ ਨੇ ਜਿਹੜਾ ਇੱਕ ਤੇ ਭਰੋਸਾ ਰੱਖ ਕੇ ਚੱਲਦਾ ਹੈ। ਮੈਂ ਚੌਹਾਂ ਕੁੰਟਾਂ ਤੇ 10 ਪਾਸੇ ਫਿਰ ਕੇ ਵੇਖ ਲਿਆ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਸਾਰੇ ਪਾਸਿਆਂ ਤੋਂ ਵੇਖ ਲਿਆ। ਉਸ ਮਾਲਕ ਪਰਮੇਸ਼ਰ ਤੋਂ ਬਿਨਾਂ ਮਨੁੱਖ ਦਾ ਹੋਰ ਕੋਈ ਰਾਖਾ ਨਹੀਂ। ਚਾਹੇ ਆਪਣੀਆਂ ਕਿੰਨੀਆਂ ਮਨੁੱਖ ਫੌਜਾਂ ਤਿਆਰ ਕਰੀ ਰੱਖੇ, ਆਸੇ-ਪਾਸੇ ਕਢਾਈ ਰੱਖੇ ਆਪਣੀ ਰੱਖਿਆ ਦੇ ਵਾਸਤੇ, ਆਪਣੇ ਪਰਿਵਾਰ ਨੂੰ ਆਪਣਾ ਸਮਝੀ ਜਾਵੇ, ਪਰ ਇੱਕ ਮਾਲਕ ਪਰਮੇਸ਼ਰ ਤੋਂ ਬਿਨਾਂ ਕੋਈ ਵੀ ਰਾਖਾ ਨਹੀਂ। ਸਤਿਗੁਰੂ ਕਹਿੰਦੇ ਸਭ ਕੁਝ ਵੇਖ ਲਿਆ, ਇਹ ਸਾਰੇ ਘੁੰਮ ਕੇ ਵੇਖ ਲਿਆ। ਹੇ ਭਾਈ, ਵੇਦ ਪੁਰਾਣ ਸਿਮਰਤੀਆਂ ਸਾਰੇ ਧਾਰਮਿਕ ਪੁਸਤਕਾਂ ਸੁਣ ਕੇ ਮੈਂ ਹੋਰ ਅਨੇਕਾਂ ਤਰੀਕਿਆਂ ਦੇ ਨਾਲ ਵਿਚਾਰ ਕਰਦਾ ਤੇ ਇਸ ਨਤੀਜੇ ਤੇ ਪਹੁੰਚਦਾ ਹਾਂ ਕਿ ਆਕਾਰ ਰਹਿਤ ਪਰਮਾਤਮਾ ਹੀ ਵਿਕਾਰਾਂ ਵਿੱਚ ਡਿੱਗੇ ਹੋਏ ਜੀਵਾਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ। ਮਾੜਿਆਂ ਕਰਮਾਂ ਦੇ ਵਿੱਚ, ਮਾੜਿਆਂ ਕੰਮਾਂ ਦੇ ਵਿੱਚ ਗ੍ਰਸਤ ਹੋਏ ਬੰਦਿਆਂ ਨੂੰ ਮਾੜਿਆਂ ਕਰਮਾਂ ਤੋਂ ਬਚਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਜੀਵਾਂ ਦੇ ਸਾਰੇ ਡਰ ਦੂਰ ਕਰਨ ਵਾਲਾ ਹੈ ਉਹ ਪਰਮਾਤਮਾ। ਤੇ ਪਰਮੇਸ਼ਰ ਸਾਰਿਆਂ ਸੁੱਖਾਂ ਦਾ ਸਮੁੰਦਰ ਹੈ। ਸਾਰੇ ਸੁੱਖ ਪਰਮੇਸ਼ਰ ਦੇ ਹੱਥ ਵਿੱਚ ਨੇ। ਜਿਹੜਾ ਮਨੁੱਖ ਉਹ ਤੇ ਭਰੋਸਾ ਉਹਦੀ ਟੇਕ ਲੈ ਕੇ ਚੱਲਦਾ, ਉਹਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਕਹਿੰਦੇ ਹੇ ਨਾਨਕ, ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਿਹਾ ਕਰ ਬਸ। ਜੇ ਤੂੰ ਭਲਾ ਚਾਹੁੰਦਾ ਹੈ, ਜੇ ਆਪਣੀ ਪਰਿਵਾਰ ਦੀ ਵੀ ਭਲਾਈ ਚਾਹੁੰਦਾ ਹੈ ਨਾ, ਤੇ ਬਸ ਇੱਕ ਪਰਮਾਤਮਾ ਦੇ ਗੁਣ ਗਾਉਂਦਾ ਰਿਹਾ ਕਰ। ਜਦੋਂ ਤੂੰ ਪਰਮਾਤਮਾ ਦੇ ਗੁਣ ਗਾਏਂਗਾ ਨਾ, ਫਿਰ ਉਸ ਦੇ ਪਾਸੋਂ ਜੋ ਵੀ ਮੰਗੇਗਾ, ਜੋ ਕੁਝ ਵੀ ਤੂੰ ਚਾਹੇਂਗਾ, ਪਰਮਾਤਮਾ ਤੈਨੂੰ ਦੇ ਦੇਊਗਾ। ਪਰਮਾਤਮਾ ਸੁੱਖਾਂ ਦਾ ਸਮੁੰਦਰ ਹੈ। ਸਾਰੇ ਸੁੱਖ ਪਰਮਾਤਮਾ ਦੇ ਕੋਲੇ ਨੇ। ਜਦੋਂ ਉਹਨੂੰ ਯਾਦ ਕਰੇਂਗਾ ਨਾ, ਤੇ ਉਹ ਤੈਨੂੰ ਸਾਰੇ ਸੁੱਖ ਦੇ ਦੇਗਾ ਜਿਹੜੇ ਤੈਨੂੰ ਚਾਹੀਦੇ ਨੇ। ਉਹ ਪਰਮਾਤਮਾ ਹੀ ਸਭ ਦਾਤਾਂ ਦੇ ਦੇਣ ਵਾਲਾ ਹੈ। ਸਭ ਕੁਝ ਦੇਣ ਵਾਲਾ ਪਰਮਾਤਮਾ ਹੈ। ਸਭ ਜੀਵਾਂ ਦੇ ਵਿੱਚ ਵਿਆਪਕ ਹੋ ਕੇ ਸਾਰੇ ਪਦਾਰਥ ਭੋਗਣ ਵਾਲਾ ਹੈ ਉਹ ਪਰਮਾਤਮਾ। ਸਭ ਕੁਝ ਦੇਣ ਦੀ ਸਮਰੱਥਾ ਵਾਲਾ ਹੈ। ਤੇ ਉਸ ਪਰਮਾਤਮਾ ਤੋਂ ਬਿਨਾਂ ਜੀਵਾਂ ਦੇ ਵਾਸਤੇ ਹੋਰ ਕੋਈ ਥਾਂ ਆਸਰਾ ਨਹੀਂ। ਇੱਕ ਜੀਵਾਂ ਦਾ ਆਸਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
सतगुरु कहते हे मेरे मित्र, सदा ही परमात्मा की सिफत सलाह करदा रहा कर। बस परमात्मा दे गुण गाउंदा रहा कर। परमात्मा दे गीत गाउंदे रहना चाहिदा तैनूं, क्योंकि परमात्मा ने तेरे ते बहुत वड्डे पर उपकार कीते ने। साध संगत विच मिल के उसका भजन सिमरन करना चाहिदा, जिहड़ियां एडियां ताकतां दा एडियां दातां दा मालक है। वो अकाल पुरख वाहिगुरू परमेश्वर दे सदा ही गुण गाउंदा रहा कर भाई। सुनो अगे वचन सतगुरु अर्जन देव महाराज साहब जी दे। श्लोक करो वंदना अनेक वार, सरन परो हर राय, भ्रम कटिया नानक साध संग दुतिया भाओ मिटाए। श्लोक दुतिया का भाव हुंदा दूज दी थित। दुतिया का भाव हुंदा दूज दी थित। दुरमत का भाव हुंदा माड़ी सिक्ख्या, खोटी मत। नीत का भाव हुंदा नित, सदा। मन का भाव हुंदा मन दे विच। तन का भाव हुंदा तन दे विच। तज का भाव हुंदा दूर कर। मीत का भाव हुंदा हे मित्र। मरण का भाव हुंदा आत्मक मौत। सतगुरु अर्जन देव महाराज साहब कहते करो वंदना अनेक वार, सरन परो हर राय, भ्रम कटिया साध संग दुतिया भाओ मिटाए। सतगुरु कहते हे भाई, मैं परमेश्वर पातशाह की शरण पैंदा हाँ। भरोसा भी साढ़े भरोसे भी साध संगी एक अकाल पुरख वाहिगुरू परमेश्वर ते होने चाहिए ने। भरोसे जदों भी साढ़े भरोसे एक अकाल पुरख वाहिगुरू परमेश्वर ते टिक गए, उदों सानूं फिर होरां थावां ते भटकण की जरूरत नहीं पैंदी। परमेश्वर साडियां झोलियां खुशियां दे नाल इउं भर दिंदा है, फिर सानूं किसी तो होर खुशी मंगण की जरूरत नहीं पैंदी। जदों असीं अपने आप नूं परमेश्वर नूं समर्पित कर देंगे, हे भाई मैं परमेश्वर पातशाह की शरण पैंदा हाँ, ते उस दे दर तो अनेकां बारी मैं नमस्कार करदा, शीश झुका के उस परमेश्वर नूं नमस्कार करदा। हे नानक साध संगत विच रह के परमेश्वर तो बिना होर होर मोह प्यार दूर कीतियां मन की भटकना सतगुरु कहते दूर हो जाती है। मन की भटकना दूर हो जाती है। पौड़ी दुतिया दुरमत दूर कर, गुर सेवा कर नीता, राम रतन मन तन वसै, तज काम क्रोध लोभ मीता, मरण मिटै जीवन मिलै, बिनसै सगल कलेस, आप तजो गोबिंद भजो, भाओ भगत प्रवेश, लाभ मिलै टोटा हेरै, हरदर गै पतवंता, राम नाम धन संचमै, साच सा भगवंता, ऊठत बैठत हर भजो, साधु संग प्रीता, नानक दुरमत सुट गई, पार ब्रह्म बसे चीत। सुनो ध्यान दे नाल वचन सतगुरु अर्जन देव महाराज साहब जी दे। दुतिया दुरमत दूर कर, गुर सेवा कर नीत। दुतिया का भाव हुंदा दूज दी थित। दुरमत का भाव हुंदा माड़ी माड़ी नीत। सतगुरु कहते हे भाई सदा ही गुरु की दसी सेवा करदा रहा कर। गुरु की सिक्ख्या की है तेरे वास्ते, गुरु का ज्ञान तेरे वास्ते की है, ये विचार करया कर। सदा ही गुरु की दसी सेवा करदा कर, जिहड़ी गुरु सेवा दसदा है।
ਉਹ ਕਰਿਆ ਕਰ। ਇਸ ਤਰ੍ਹਾਂ ਆਪਣੇ ਅੰਦਰੋਂ ਜਿਹੜੀ ਮਾੜੀ ਸਿੱਖਿਆ ਗ੍ਰਹਿਣ ਕੀਤੀ ਹੋਈ ਹੈ, ਖੋਟੀ ਮੱਤ ਜਿਹੜੀ ਅੰਦਰ ਲਈ ਬੈਠਾ ਹੈ, ਆਪਣੇ ਅੰਦਰੋਂ ਮਾੜੀ ਸਿੱਖਿਆ ਕੱਢ ਦੇ। ਸਤਿਗੁਰੂ ਕਹਿੰਦੇ ਗੁਰੂ ਦੀ ਸੇਵਾ ਕਰ, ਗੁਰੂ ਦੇ ਅਨੁਸਾਰ ਸੇਵਾ ਕਰ, ਤੇ ਆਪਣੇ ਅੰਦਰੋਂ ਜਿਹੜੀ ਮਾੜੀ ਖੋਟੀ ਸਿੱਖਿਆ ਗ੍ਰਹਿਣ ਕਰੀ ਬੈਠਾ ਨਾ, ਆਪਣੇ ਅੰਦਰ ਸਮਾਈ ਬੈਠਾ ਹੈ, ਉਹ ਖੋਟੀ ਮੱਤ ਨੂੰ ਬਾਹਰ ਕੱਢ। ਹੇ ਮਿੱਤਰ, ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ, ਇਹਨਾਂ ਦਾ ਵੀ ਸਫਾਇਆ ਕਰ ਦੇ, ਉਹ ਵੀ ਕੱਢ ਦੇ ਅੰਦਰ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਫਿਰ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਆ ਉਦਮ ਕਰਦਾ ਹੈ ਨਾ, ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਆਪਣੇ ਅੰਦਰੋਂ ਮਾੜੀ ਸਿੱਖਿਆ ਨੂੰ ਬਾਹਰ ਕੱਢ ਦਿੰਦਾ ਹੈ, ਕਾਮ, ਕ੍ਰੋਧ, ਲੋਭ ਨੂੰ ਸੜ ਦਿੰਦਾ ਹੈ, ਜਿਹੜਾ ਮਨੁੱਖ ਇਹ ਉਦਮ ਕਰਦਾ ਹੈ, ਉਸ ਦੇ ਮਨ ਦੇ ਵਿੱਚ, ਉਹਦੇ ਹਿਰਦੇ ਵਿੱਚ ਰਤਨ ਵਰਗਾ ਕੀਮਤੀ ਪਰਮੇਸ਼ਰ ਦਾ ਨਾਮ ਆ ਵਸਦਾ ਹੈ, ਜਿਹੜਾ ਮਾੜੀ ਸਿੱਖਿਆ ਨੂੰ ਦੂਰ ਕਰ ਦਿੰਦਾ ਹੈ। ਸਤਿਗੁਰੂ ਕਹਿੰਦੇ ਹੀ ਮਿੱਤਰ, ਆਪਣੇ ਮਨ ਦੇ ਵਿੱਚੋਂ ਹੰਕਾਰ ਨੂੰ ਦੂਰ ਕਰੋ। ਦੁਤੀਆ ਦੁਰਮਤ ਦੂਰ ਕਰ, ਗੁਰ ਸੇਵਾ ਕਰ ਨੀਤ, ਰਾਮ ਰਤਨ ਮਨ ਧਨ ਵਸੈ, ਤਜ ਕਾਮ ਕ੍ਰੋਧ ਲੋਭ ਮੀਤ, ਮਰਨ ਮਿਟੈ ਜੀਵਨ ਮਿਲੈ, ਬਿਨਸੈ ਸਗਲ ਕਲੇਸ਼, ਆਪ ਭਜੋ ਗੋਬਿੰਦ ਤਜੋ, ਭਾਉ ਭਗਤ ਪਰਵੀਸ। ਹੇ ਮੇਰੇ ਮਿੱਤਰ, ਆਪਣੇ ਮਨ ਦੇ ਵਿੱਚੋਂ ਹਉਮੈ ਨੂੰ ਦੂਰ ਕਰੋ। ਹਉਮੈ ਨੂੰ ਦੂਰ ਕਰਕੇ ਮੈਂ ਮੇਰੀ ਨੂੰ ਛੱਡ ਕੇ ਪਰਮਾਤਮਾ ਦਾ ਭਜਨ ਕਰਿਆ ਕਰੋ, ਪਰਮਾਤਮਾ ਦੀ ਬੰਦਗੀ ਕਰਿਆ ਕਰੋ। ਜਿਹੜਾ ਮਨੁੱਖ ਇਉਂ ਯਤਨ ਕਰਦਾ ਹੈ, ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰ ਦਿੰਦਾ, ਪਰਮੇਸ਼ਰ ਦੀ ਬੰਦਗੀ ਕਰਨੀ ਸ਼ੁਰੂ ਕਰ ਦਿੰਦਾ, ਜਿਹੜਾ ਮਨੁੱਖ ਸਤਿਗੁਰੂ ਕਹਿੰਦੇ ਉਸ ਨੂੰ ਨਾ ਫਿਰ ਆਤਮਿਕ ਜੀਵਨ ਮਿਲ ਜਾਂਦਾ ਹੈ, ਉਸ ਨੂੰ ਸੁਚੱਜਾ ਪਵਿੱਤਰ ਜੀਵਨ ਮਿਲ ਜਾਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਜਿਹੜਾ ਆ ਉਦਮ ਕਰਦਾ ਹੈ, ਉਸਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਨੇ, ਦੁੱਖਾਂ ਕਲੇਸ਼ਾਂ ਦਾ ਉਸ ਮਨੁੱਖ ਦੇ ਸਰੀਰ ਤੋਂ ਨਾਸ ਹੋ ਜਾਂਦਾ ਹੈ। ਜਿਹੜਾ ਇਹ ਉਦਮ ਕਰਦਾ ਹੈ, ਉਸ ਦੇ ਅੰਦਰ ਪਰਮੇਸ਼ਰ ਪ੍ਰੇਮ ਆ ਵਸਦਾ ਹੈ, ਪਰਮੇਸ਼ਰ ਦੀ ਭਗਤੀ ਉਸ ਮਨੁੱਖ ਦੇ ਅੰਦਰ ਆ ਵਸਦੀ ਹੈ, ਜਿਹੜਾ ਇਹ ਉਦਮ ਕਰਦਾ ਹੈ। ਲਾਭ ਮਿਲੈ ਟੋਟਾ ਮਿਰੈ, ਹਰ ਦਰਗਹਿ ਪਤਵੰਤਾ, ਰਾਮ ਨਾਮ ਧਨ ਸੰਚਬੈ, ਸਾਚ ਸਾਹ ਭਗਵੰਤਾ। ਸਤਿਗੁਰੂ ਕਹਿੰਦੇ ਹੇ ਭਾਈ, ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਧਨ ਇਕੱਠਾ ਕਰਦਾ ਹੈ, ਜਾਂ ਇੱਦਾਂ ਕਹਿ ਲਓ, ਜਿਹਨੇ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਤਾ, ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜ ਗਿਆ, ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਧਨ ਇਕੱਠਾ ਕਰਦਾ ਹੈ, ਉਹ ਸਾਰੇ ਮਨੁੱਖ ਵੱਡੇ ਭਾਗਾਂ ਵਾਲੇ ਬਣ ਜਾਂਦੇ ਨੇ, ਪਰਮਾਤਮਾ ਦੀ ਨਾਮ ਧਨ ਦੀ ਪ੍ਰਾਪਤੀ ਕਰਕੇ। ਉਹ ਸਦਾ ਲਈ ਸਾਹੂਕਾਰ ਬਣ ਜਾਂਦੇ ਨੇ, ਅਮੀਰ ਲੋਕ ਬਣ ਜਾਂਦੇ ਨੇ, ਉਹ ਜਿਹੜੇ ਪਰਮਾਤਮਾ ਦੇ ਨਾਮ ਧਨ ਨੂੰ ਇਕੱਠਾ ਕਰਦੇ ਨੇ। ਆਤਮਿਕ ਜੀਵਨ ਦੇ ਵਿੱਚ ਉਹਨਾਂ ਨੂੰ ਵਾਧਾ ਹੀ ਵਾਧਾ, ਨਫਾ ਹੀ ਨਫਾ ਹੋਣ ਲੱਗ ਪੈਂਦਾ ਉਹਨਾਂ ਦੇ ਘਰ ਦੇ ਵਿੱਚ, ਤੇ ਆਤਮਿਕ ਜੀਵਨ ਦੇ ਵਿੱਚ ਪੈ ਰਹੀ ਘਾਟ ਉਹਨਾਂ ਦੇ ਅੰਦਰੋਂ ਨਿਕਲ ਜਾਂਦੀ ਹੈ। ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਇੱਜ਼ਤ ਵਾਲੇ ਮਨੁੱਖ ਬਣ ਜਾਂਦੇ ਨੇ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਧਨ ਨੂੰ ਇਕੱਠਾ ਕਰਦੇ ਨੇ। ਸੁਣੋ ਅਗਲੇ ਬਚਨ, ਰਾਮ ਨਾਮ ਧਨ ਸੰਚਬੈ, ਸਾਚ ਸਾਹ ਭਗਵੰਤ। ਸਤਿਗੁਰੂ ਕਹਿੰਦੇ ਊਠ ਬੈਠਤ ਹਰ ਭਜੋ, ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਸੁਟ ਗਈ, ਪਾਰ ਬ੍ਰਹਮ ਬਸੇ ਚੇਤ। ਸਤਿਗੁਰੂ ਕਹਿੰਦੇ ਹੇ ਭਾਈ, ਉੱਠਦਿਆਂ ਬਹਿੰਦਿਆਂ ਹਰ ਵੇਲੇ ਪਰਮਾਤਮਾ ਦਾ ਭਜਨ ਕਰਦੇ ਰਹੋ।
ਹੱਥਾਂ ਦੇ ਨਾਲ ਕਾਰ ਕਰਨੀ ਹੈ, ਪੈਰਾਂ ਦੇ ਨਾਲ ਤੁਰਨਾ ਹੈ, ਧਿਆਨ ਪਰਮੇਸ਼ਰ ਦੇ ਨਾਲ ਜੋੜ ਕੇ ਰੱਖਣਾ ਹੈ। ਹੱਥਾਂ ਦੇ ਨਾਲ ਕੰਮ ਕਰਦੇ ਨੇ। ਹੁਣ ਸਾਡੀਆਂ ਭੈਣਾਂ ਰਸੋਈ ਦੇ ਵਿੱਚ ਭੋਜਨ ਤਿਆਰ ਕਰਦੀਆਂ ਨੇ ਨਾ, ਹੱਥਾਂ ਦੇ ਨਾਲ ਆਟਾ ਗੁੰਨਦੀਆਂ ਨੇ। ਜੇ ਰਸਨਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜਾਣ ਤੇ ਫਿਰ ਜਿਹੜੀਆਂ ਉਹਦੇ ਵਿੱਚ ਬਰਕਤਾਂ ਪੈਣਗੀਆਂ ਭੋਜਨ ਦੇ ਵਿੱਚ, ਭੋਜਨ ਨੂੰ ਛਕਣ ਵਾਲੇ ਜਿਹੜੇ ਰਾਖਸ਼ ਲੋਕ ਨੇ ਉਹ ਵੀ ਦੇਵਤਾ ਰੂਪ ਬਣ ਜਾਂਦੇ ਨੇ। ਭੈਣਾਂ ਦੇ ਹੱਥ ਵਿੱਚ ਬਹੁਤ ਵੱਡੀ ਕਰਾਮਾਤ ਹੈ। ਪ੍ਰਸਾਦਾ ਤਿਆਰ ਕਰਦੀਆਂ ਨੇ, ਘਰ ਦੇ ਵਿੱਚ ਝਾੜੂ ਲਾਉਂਦੀਆਂ ਨੇ, ਹੋਰ ਸਫਾਈ ਕਰਦੇ ਨੇ। ਜੇ ਇਹਨਾਂ ਕਾਰ ਕਰਦਿਆਂ ਤੋਂ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਨਾਮ ਉਚਾਰਨ ਕਰੀ ਜਾਵੇ। ਜੇ ਬੈਠੇ ਆ ਤਾਂ ਵੀ ਬੈਠਦਿਆਂ ਤੋਂ ਸਾਡਾ ਧਿਆਨ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਹੋਵੇ। ਉੱਠਦਿਆਂ ਤੋਂ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹੋ। ਸਤਿਗੁਰੂ ਕਹਿੰਦੇ ਗੁਰੂ ਦੀ ਸੰਗਤ ਵਿੱਚ ਪ੍ਰੇਮ ਪੈਦਾ ਕਰੋ। ਹੇ ਨਾਨਕ, ਜਿਸ ਮਨੁੱਖ ਨੇ ਇਹ ਉਦਮ ਕੀਤਾ ਉਸ ਦੀ ਖੋਟੀ ਮੱਤ ਮੁੱਕ ਗਈ। ਪਰਮਾਤਮਾ ਸਦਾ ਲਈ ਉਸ ਦੇ ਚਿੱਤ ਦੇ ਵਿੱਚ ਆ ਵਸਿਆ ਜਿਨ੍ਹਾਂ ਨੇ ਇਹ ਉਦਮ ਕੀਤੇ ਨੇ। ਸੋ